हाँ जी बेटा, पंजाबी बी दे पेपर दे विच अपनी व्याकरण दे विच किरिया है बहुत ज़्यादा इंपोर्टेंट है। ठीक है, ਆਪਾਂ ਇਹਨੂੰ ਡੀਪਲੀ ਪੜਾਂਗੇ। ਵੈਸੇ ਤਾਂ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ, ਅਕਰਮਕ ਕਿਰਿਆ ਤੇ ਸਕਰਮਕ ਕਿਰਿਆ, ਪਰ ਇਹਦੇ ਵਿੱਚ ਜਿਹੜੀ ਕਿਰਿਆ ਦੇ ਵਿੱਚ ਚਾਰ ਪ੍ਰਕਾਰ ਦੀ ਵੰਡ ਹੁੰਦੀ ਹੈ। ਠੀਕ ਹੈ, ਉਹ ਅੱਗੇ ਆਪਾਂ ਪੜਾਂਗੇ ਇਹਦੇ ਬਾਰੇ। ਠੀਕ ਹੈ, ਸਭ ਤੋਂ ਪਹਿਲਾਂ ਇਸ ਸ਼੍ਰੇਣੀ ਵਿੱਚ ਉਹ ਸ਼ਬਦ ਰੱਖੇ ਜਾਂਦੇ ਹਨ ਜਿਨ੍ਹਾਂ ਤੋਂ ਕਿਸੇ ਕਾਰਜੀ ਸਥਿਤੀ ਦੀ ਸੂਚਨਾ ਮਿਲਦੀ ਹੈ, ਕਿਸੇ ਕੰਮ ਦੀ ਸਥਿਤੀ ਦੀ ਸੂਚਨਾ ਮਿਲਦੀ ਹੈ। ਇਸ ਦ੍ਰਿਸ਼ਟੀ ਤੋਂ ਇਹ ਕਿਰਿਆ ਸ਼ਬਦ ਵਾਕ ਵਿੱਚ ਵਿਧੇਯ ਦੇ ਅਹਿਮ ਹਿੱਸੇ ਵਜੋਂ ਵਿਚਰ ਕੇ, ਵਿਧੇਯ ਕਿਹੜਾ ਹੁੰਦਾ ਆਪਣਾ, ਜਿਹੜੀ ਕਿਰਿਆ ਹੋ ਰਹੀ ਹੁੰਦੀ ਹੈ। ਠੀਕ ਹੈ, ਵਿਚਰ ਕੇ ਆਪਣੇ ਵਾਕਾਤਮਕ ਕਾਰਜ ਨੂੰ ਪੂਰਾ ਕਰਦੇ ਹਨ। ਸੰਖੇਪ ਰੂਪ ਵਿੱਚ ਅਸੀਂ ਇੰਜ ਵੀ ਕਹਿ ਸਕਦੇ ਹਾਂ ਕਿ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਉਹ ਕਿਰਿਆ ਅਖਵਾਉਂਦਾ ਹੈ। ਠੀਕ ਹੈ, ਆਪਾਂ ਜਿਹੜਾ ਕਿਰਿਆ ਦੀ ਆਪਣੀ ਅਸਲ ਡੈਫੀਨੇਸ਼ਨ ਹੈ ਇੱਥੋਂ ਸ਼ੁਰੂ ਹੁੰਦੀ ਹੈ। ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਉਹ ਕਿਰਿਆ ਅਖਵਾਉਂਦਾ ਹੈ। ਜਿਵੇਂ ਖਾ, ਪੀ, ਜਾਂ ਲਿਖ, ਖੇਡਦੀ, ਪੜ੍ਹਦੀ ਆਦਿ ਬਹੁਤ ਸਾਰੀਆਂ ਨੇ ਜਿਹੜੀਆਂ ਅਸੀਂ ਕਿਰਿਆਵਾਂ ਕਰਦੇ ਹਾਂ। ਠੀਕ ਹੈ, ਹਰ ਵਾਕ ਵਿੱਚ ਕੋਈ ਨਾ ਕੋਈ ਕਿਰਿਆ ਜ਼ਰੂਰ ਹੁੰਦੀ ਹੈ। ਬਿਨਾਂ ਕਿਰਿਆ ਤੋਂ ਕਿਸੇ ਵਾਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਜਦੋਂ ਅਸੀਂ ਕੋਈ ਕੰਮ ਕਰ ਰਹੇ ਹਾਂ, ਕਰਮ ਕਰ ਰਹੇ ਹਾਂ, ਤਾਂ ਉਹਦੇ ਨਾਲ ਕਿਰਿਆ ਵੀ ਜ਼ਰੂਰ ਹੁੰਦੀ ਹੈ। ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿੱਚ ਆਮ ਤੌਰ ਤੇ ਕਿਰਿਆ ਵਾਕ ਦੇ ਅੰਤ ਵਿੱਚ ਵਿਚਰਦੀ ਹੈ, ਪਰ ਆਮ ਬੋਲਚਾਲ ਵਿੱਚ ਬੋਲੀ ਵਿੱਚ ਇਸ ਦੇ ਸਥਾਨ ਵਿੱਚ ਤਬਦੀਲੀ ਵੀ ਸੰਭਵ ਹੁੰਦੀ ਹੈ। ਬੋਲਚਾਲ ਦੇ ਵਿੱਚ ਤਾਂ ਫਰਕ ਪੈਂਦਾ ਹੀ ਹੈ। ਕਿਰਿਆ ਦੀ ਵੰਡ ਕਿੰਨੀ ਪ੍ਰਕਾਰ ਦੀ ਹੈ? ਚਾਰ ਪ੍ਰਕਾਰ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਪਹਿਲੀ ਕਿਰਿਆ ਦੀ ਵੰਡ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ। ਠੀਕ ਹੈ, ਦੂਜੀ ਪ੍ਰਕਾਰ ਦੀ ਵੰਡ ਦੇ ਵਿੱਚ ਸਧਾਰਨ ਕਿਰਿਆ, ਪ੍ਰੇਰਣਾਰਥਕ ਕਿਰਿਆ ਤੇ ਦੂਰੀ ਪ੍ਰੇਰਣਾਰਥਕ ਕਿਰਿਆ। ਠੀਕ ਹੈ, ਤੀਜੀ ਪ੍ਰਕਾਰ ਦੀ ਵੰਡ ਹੈਗੀ ਇਕੈਰੀ ਕਿਰਿਆ, ਸੰਯੁਕਤ ਕਿਰਿਆ। ਚੌਥੀ ਪ੍ਰਕਾਰ ਦੀ ਵੰਡ ਹੈ ਮੂਲ ਕਿਰਿਆ ਤੇ ਸਹਾਇਕ ਕਿਰਿਆ। ਤੁਹਾਨੂੰ ਇਹ ਕਿਰਿਆ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਵੀ ਕਿਰਿਆ ਦੀ ਵੰਡ ਕਿੰਨੀ ਪ੍ਰਕਾਰ ਦੀ ਹੈ? ਚਾਰ ਪ੍ਰਕਾਰ ਦੀ ਹੁੰਦੀ ਹੈ। ਠੀਕ ਹੈ, ਦੂਜੀ ਪ੍ਰਕਾਰ ਦੀ ਵੰਡ ਕਿੰਨੀ ਪ੍ਰਕਾਰ ਦੀ ਹੁੰਦੀ ਹੈ? ਤਿੰਨ ਪ੍ਰਕਾਰ ਦੀ ਹੈ। ਤੀਜੀ ਪ੍ਰਕਾਰ ਦੀ ਵੰਡ ਦੋ ਪ੍ਰਕਾਰ ਦੀ ਤੇ ਚੌਥੀ ਵੀ ਦੋ ਪ੍ਰਕਾਰ ਦੀ ਹੁੰਦੀ ਹੈ। ਅੱਗੇ ਆਪਾਂ ਕਾਰਜ ਦੇ ਆਧਾਰ ਤੇ ਬਣਤਰ ਦੇ ਆਧਾਰ ਤੇ ਪੜਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਕਰਮਕ ਕਿਰਿਆ। ਅਕਰਮਕ ਕਿਰਿਆ, ਅਕਰਮਕ ਦਾ ਸ਼ਬਦ ਦਾ ਅਰਥ ਹੈ ਬਿਨਾਂ ਕਰਮ ਤੋਂ, ਅਕਰਮ ਬਿਨਾਂ ਕਰਮ ਤੋਂ। ਵਾਕ ਵਿੱਚ ਜਿਸ ਕਿਰਿਆ ਦਾ ਕਰਮ ਨਾ ਹੋਵੇ, ਅਰਥਾਤ ਕਿਰਿਆ ਦਾ ਪ੍ਰਭਾਵ ਕੇਵਲ ਕਰਤਾ ਤੱਕ ਹੀ ਰਹੇ। ਕਰਤਾ ਕੌਣ ਹੁੰਦਾ ਹੈ? ਕੰਮ ਕਰਨ ਵਾਲਾ। ਠੀਕ ਹੈ, ਤੇ ਜਿਹੜਾ ਕਰਮ ਹੈ ਉਹਦੇ ਵਿੱਚ ਨਾ ਹੋਵੇ ਵੀ ਕੀ ਕੰਮ ਕੀਤਾ ਜਾ ਰਿਹਾ। ਜਿਵੇਂ ਰਾਮ ਖੇਡਦਾ ਹੈ। ਠੀਕ ਹੈ, ਰਾਮ ਕੀ ਹੈ ਉਹਦੇ ਵਿੱਚ? ਕਰਤਾ। ਠੀਕ ਹੈ, ਖੇਡਦਾ ਹੈ ਕੀ ਹੈ? ਉਹ ਕਿਰਿਆ। ਆਪਾਂ ਨੂੰ ਨਹੀਂ ਪਤਾ ਵੀ ਉਹ ਫੁੱਟਬਾਲ ਨਾਲ ਖੇਡ ਰਿਹਾ ਹੈ ਜਾਂ ਕ੍ਰਿਕਟ ਨਾਲ ਖੇਡ ਰਿਹਾ ਹੈ ਜਾਂ ਵਾਲੀਬਾਲ ਖੇਡ ਰਿਹਾ, ਕੁਝ ਨਹੀਂ ਪਤਾ ਹੈਗਾ, ਉਹਦੇ ਵਿੱਚ ਕਰਮ ਨਹੀਂ ਹੈਗਾ। ਪਿਤਾ ਜੀ ਪੜ੍ਹਦੇ ਹਨ, ਆਪਾਂ ਨੂੰ ਨਹੀਂ ਪਤਾ, ਉਹਦੇ ਵਿੱਚ ਕਰਮ ਮਿਸ ਹੈ। ਪਿਤਾ ਜੀ ਕੀ ਨੇ? ਉਦੇਸ਼ ਹੈ, ਸੌਰੀ ਕਰਤਾ, ਉਦੇਸ਼ ਵੀ ਉਹਦਾ ਕਰਤਾ ਹੈ। ਠੀਕ ਹੈ, ਤੇ ਪੜ੍ਹਦੇ ਹਨ ਕੀ ਹੈ? ਉਹ ਕਿਰਿਆ ਹੈ। ਠੀਕ ਹੈ, ਹੁਣ ਆਪਾਂ ਨੂੰ ਨਹੀਂ ਪਤਾ ਪਿਤਾ ਜੀ ਅਖਬਾਰ ਪੜ੍ਹਦੇ ਨੇ, ਮੈਗਜ਼ੀਨ ਪੜ੍ਹਦੇ ਨੇ ਜਾਂ ਕੋਈ ਬੁੱਕ ਪੜ੍ਹ ਰਹੇ ਨੇ। ਠੀਕ ਹੈ, ਤਾਂ ਉਹਦੇ ਵਿੱਚੋਂ ਕਰਮ ਮਿਸ ਹੈ, ਕਰਮ ਨਹੀਂ ਹੈਗਾ। ਠੀਕ ਹੈ, ਤਾਂ ਉਹ ਕਿਹੜੀ ਕਿਰਿਆ ਅਖਵਾਉਂਦੀ ਹੈ? ਉਹ ਅਕਰਮਕ ਕਿਰਿਆ ਅਖਵਾਉਂਦੀ ਹੈ। ਵੈਸੇ ਡੈਫੀਨੇਸ਼ਨ ਤੁਹਾਨੂੰ ਦੱਸਦੀ ਹਾਂ ਬੇਟਾ ਮੈਨੇ। ਜਿਵੇਂ ਬਾਲ ਹੱਸਦਾ ਹੈ, ਪੰਛੀ ਉੜਦਾ ਹੈ, ਮੀਂਹ ਵਰਦਾ ਹੈ, ਮੱਝਾਂ ਨਹਾਉਂਦੀਆਂ ਹਨ। ਠੀਕ ਹੈ, ਇਹ ਕੀ ਨੇ? ਅਕਰਮਕ ਕਿਰਿਆ ਦੀ ਐਗਜ਼ਾਮਪਲਸ ਨੇ ਇਹ। ਅਕਰਮਕ ਕਿਰਿਆ ਦੀ ਪਛਾਣ ਇਹ ਹੈ ਕਿ ਇਸ ਦੀ ਕਿਰਿਆ ਪਹਿਲਾਂ ਕੀ ਲਾ ਕੇ ਪ੍ਰਸ਼ਨ ਕਰਨ ਨਾਲ ਉੱਤਰ ਨਹੀਂ ਨਿਕਲਦਾ, ਉਹ ਕਿਹੜੀ ਹੁੰਦੀ ਹੈ? ਅਕਰਮਕ ਕਿਰਿਆ ਹੈ। ਜਿਵੇਂ ਬਾਲ ਕੀ ਹੱਸਦਾ ਹੈ, ਆਪਾਂ ਨੂੰ ਕੀ ਪਤਾ ਵੀ ਕਿਵੇਂ ਹੱਸ ਰਿਹਾ, ਕੀ ਹੱਸ ਰਿਹਾ ਉਹ। ਠੀਕ ਹੈ, ਪੰਛੀ ਉੜਦਾ ਹੈ। ਮੀਂਹ ਕੀ ਵਰਦਾ ਹੈ, ਕੀ ਲਗਾ ਕੇ ਆਪਾਂ ਅਕਰਮਕ ਕਿਰਿਆ ਦੀ ਪਛਾਣ ਕਰਾਂਗੇ। ਠੀਕ ਹੈ, ਜੇ ਤਾਂ ਆਪਾਂ ਨੂੰ ਉੱਤਰ ਨਹੀਂ ਮਿਲ ਰਿਹਾ ਉਹਦਾ, ਫਿਰ ਤਾਂ ਹੈਗੀ ਅਕਰਮਕ ਕਿਰਿਆ। ਜੇ ਆਪਾਂ ਨੂੰ ਕੀ ਲਗਾ ਕੇ ਉੱਤਰ ਮਿਲਦਾ ਫਿਰ ਹੁੰਦੀ ਉਹ ਸਕਰਮਕ ਕਿਰਿਆ। ਠੀਕ ਹੈ, ਮੱਝਾਂ ਕੀ ਨਹਾਉਂਦੀਆਂ ਹਨ, ਹੁਣ ਇਹ ਸਾਰੀਆਂ ਕਿਹੜੇ ਨੇ? ਅਕਰਮਕ ਕਿਰਿਆ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਅਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਅਜਿਹਾ ਪ੍ਰਸ਼ਨ ਕਰਨਾ ਹੀ ਨਿਰਮੂਲ ਜਾਪਦਾ ਹੈ। ਸਕਰਮਕ ਕਿਰਿਆ, ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਭਾਵ ਜਿਸ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਅੱਗੇ ਕਰਮ ਤੱਕ ਪਹੁੰਚੇ, ਉਸ ਨੂੰ ਸਕਰਮਕ ਕਿਰਿਆ ਕਹਿੰਦੇ ਹਨ। ਅਕਰਮਕ ਕਰਮ ਤੋਂ ਬਿਨਾਂ, ਸਕਰਮਕ ਦੇ ਵਿੱਚ ਕਰਤਾ ਤੇ ਕਰਮ ਦੋਨੋਂ ਹੁੰਦੇ ਨੇ। ਜਿਵੇਂ ਬੱਚੇ ਤਮਾਸ਼ਾ ਵੇਖਦੇ ਹਨ। ਹੁਣ ਇੱਥੇ ਕੀ ਲਓ, ਬੱਚੇ ਕੀ ਤਮਾਸ਼ਾ ਵੇਖਦੇ ਹਨ? ਆਨਸਰ ਮਿਲ ਰਿਹਾ ਆਪਾਂ ਨੂੰ। ਕਹਿੰਦੇ ਵੀ ਬੱਚੇ ਕੀ ਹੈ? ਕਰਤਾ, ਤਮਾਸ਼ਾ ਕੀ ਹੈ? ਕਰਮ, ਵੇਖਦੇ ਹਨ ਕੀ ਹੈ? ਕਿਰਿਆ। ਠੀਕ ਹੈ, ਇੱਥੇ ਆਪਾਂ ਹੁਣ ਕੀ, ਜਿਵੇਂ ਆਪਾਂ ਨੇ ਇੱਥੇ ਕੀ ਲਗਾ ਕੇ ਦੇਖਿਆ ਸੀ ਨਾ, ਉਵੇਂ ਆਪਾਂ ਇੱਥੇ ਕੀ ਲਗਾ ਕੇ ਦੇਖਾਂਗੇ। ਜਿਵੇਂ ਪੰਛੀ ਕੀ ਉੜਦਾ ਹੈ, ਇੱਥੇ ਆਪਾਂ ਨੂੰ ਨਹੀਂ ਪਤਾ ਵੀ ਕੀ ਉੜ ਰਿਹਾ ਹੈ, ਇਹ ਆਪਾਂ ਨੂੰ ਪ੍ਰਸ਼ਨ ਪੁੱਛਿਆ ਜਾ ਰਿਹਾ ਹੈ, ਇੱਥੇ ਆਪਾਂ ਨੂੰ ਪਤਾ ਲੱਗ ਗਿਆ। ਠੀਕ ਹੈ, ਬੱਚੇ ਕੀ ਤਮਾਸ਼ਾ ਵੇਖਦੇ ਹਨ। ਹਾਂ, ਬੱਚੇ ਤਮਾਸ਼ਾ ਦੇਖ ਰਹੇ ਨੇ। ਠੀਕ ਹੈ, ਇੱਥੇ ਆਪਣਾ ਪ੍ਰਸ਼ਨਵਾਚਕ ਬਣ ਰਿਹਾ ਵਾਕ, ਇੱਥੇ ਆਪਣਾ ਸਿੰਪਲ ਸਧਾਰਨ ਵਾਕ ਬਣ ਰਿਹਾ। ਆਪਾਂ ਨੂੰ ਇਹਦੇ ਵਿੱਚ ਆ ਗਿਆ ਆਨਸਰ ਮਿਲ ਗਿਆ। ਅਧਿਆਪਕ ਜੀ ਅਖਬਾਰ ਪੜ੍ਹਦੇ ਹਨ। ਅਧਿਆਪਕ ਜੀ ਕੀ ਅਖਬਾਰ ਪੜ੍ਹਦੇ ਹਨ।
ठीक है, तो आपां नूं क्या पता भी हाँ अखबार पढ़ रहे ने, इहदा आंसर आपां नूं मिल गया। ये किहड़ी हैगी है, सकर्मक किरिया। ठीक है, नैक्सट माता जी रोटी पकाउंदे हन, माता जी करता, रोटी की है कर्म, पकाउंदे हन की है किरिया। ਸਕਰਮਕ ਕਿਰਿਆ ਦੇ ਅੱਗੇ ਕੀ ਲਾ ਕੇ ਪ੍ਰਸ਼ਨ ਕੀਤਿਆਂ ਉੱਤਰ ਮਿਲ ਜਾਂਦਾ ਹੈ। ਬੱਚੇ ਕੀ ਵੇਖਦੇ ਹਨ, ਤਮਾਸ਼ਾ। ਅਧਿਆਪਕ ਜੀ ਕੀ ਪੜ੍ਹਦੇ ਹਨ, ਅਖਬਾਰ। ਮਾਤਾ ਜੀ ਕੀ ਪਕਾਉਂਦੇ ਹਨ, ਰੋਟੀ। ਇਹ ਇਹਨਾਂ ਦੇ ਆਪਾਂ ਨੂੰ ਆਨਸਰ ਮਿਲ ਗਏ ਕੀ ਲਗਾ ਕੇ, ਤਾਂ ਕਿਹੜੀ ਹੋ ਗਈ ਸਕਰਮਕ ਕਿਰਿਆ। ਇਹ ਜੇ ਤੁਹਾਨੂੰ ਵਾਕ ਪੁੱਛ ਸਕਦੇ ਨੇ ਤਾਂ ਤੁਸੀਂ ਕੀ ਲਗਾ ਕੇ ਇਹਦਾ ਆਨਸਰ ਲੱਭ ਸਕਦੇ ਹੋ ਵੀ ਅਕਰਮਕ ਕਿਰਿਆ ਕਿ ਸਕਰਮਕ ਕਿਰਿਆ। ਦੂਜੀ ਪ੍ਰਕਾਰ ਦੀ ਵੰਡ, ਸਧਾਰਨ ਕਿਰਿਆ। ਅਸੀਂ ਪੜ੍ਹਿਆ ਹੈ ਕਿ ਵਾਕ ਵਿੱਚ ਕਿਰਿਆ ਕਰਤਾ ਦਾ ਪਤਾ ਲੱਗਦਾ ਹੈ। ਕਿਰਿਆ ਦੀ ਜਿਸ ਰੂਪ ਤੋਂ ਪਤਾ ਲੱਗੇ ਕਿ ਉਹ ਉਸਨੂੰ ਕਰਨ ਵਾਲਾ ਕਰਤਾ ਆਪ ਹੈ, ਉਹ ਕਿਰਿਆ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਉਹ ਕਿਤਾਬ ਪੜ੍ਹਦਾ ਹੈ, ਇਹ ਸਧਾਰਨ ਵਾਕ ਹੈ, ਸਿੰਪਲ ਵਾਕ ਹੈ। ਠੀਕ ਹੈ, ਨੈਕਸਟ ਬੇਟਾ ਪ੍ਰੇਰਨਾਰਥਕ ਕਿਰਿਆ। ਠੀਕ ਹੈ, ਪ੍ਰੇਰਨਾ ਤੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਕਿਸੇ ਨੂੰ ਪ੍ਰੇਰਨਾ ਦੇਣੀ। ਕਿਰਿਆ ਦੀ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ, ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ। ਠੀਕ ਹੈ, ਉਸ ਕਿਰਿਆ ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਮਤਲਬ ਆਪ ਨੇ ਕੰਮ ਕਰ ਰਿਹਾ ਹੈਗਾ, ਜਿਹੜਾ ਕਰਤਾ ਹੈ ਉਹ ਕਿਸੇ ਦੂਸਰੇ ਤੋਂ ਕੰਮ ਕਰਵਾ ਰਿਹਾ। ਠੀਕ ਹੈ, ਉਹ ਕਿਹੜੀ ਹੁੰਦੀ ਹੈ, ਪ੍ਰੇਰਨਾਰਥਕ ਕਿਰਿਆ ਹੁੰਦੀ ਹੈ। ਜਿਵੇਂ ਸੁਰਿੰਦਰ ਕੌਰ ਦੇ ਪਤੀ ਉਸ ਤੋਂ ਹਰ ਰੋਜ਼ ਰਿਆਜ਼ ਕਰਵਾਉਂਦੇ ਹਨ। ਸੁਰਿੰਦਰ ਕੌਰ ਦੇ ਪਤੀ, ਠੀਕ ਹੈ, ਖੁਦ ਰਿਆਜ਼ ਨਹੀਂ ਕਰ ਰਹੇ ਹੈਗੇ, ਉਹ ਆਪਣੀ ਪਤਨੀ ਤੋਂ ਰਿਆਜ਼ ਕਰਵਾ ਰਹੇ ਨੇ, ਆਪਣੀ ਪਤਨੀ ਨੂੰ ਪ੍ਰੇਰਨਾ ਦੇ ਰਹੇ ਨੇ। ਕਿਸੇ ਦੂਸਰੇ ਤੋਂ ਪ੍ਰੇਰਨਾ ਦੇ ਕੇ ਕੰਮ ਕਰਵਾਉਣਾ, ਠੀਕ ਹੈ, ਉਹ ਹੁੰਦੀ ਹੈ ਪ੍ਰੇਰਨਾਰਥਕ ਕਿਰਿਆ। ਨੈਕਸਟ ਹੈਗੇ ਦੂਰੀ ਪ੍ਰੇਰਨਾਰਥਕ ਕਿਰਿਆ। ਦੂਸਰੀ ਹੋ ਗਈ, ਪਹਿਲੀ ਦੇ ਵਿੱਚ ਇੱਕ ਪਰਸਨ ਹੈ ਜਿਹੜਾ ਉਹ ਦੂਸਰੇ ਤੋਂ ਕੰਮ ਕਰਵਾ ਰਿਹਾ ਉਹਨੂੰ ਪ੍ਰੇਰਨਾ ਦੇ ਕੇ। ਠੀਕ ਹੈ, ਜਿਹੜੀ ਦੂਰੀ ਹੋ ਗਈ ਉਹਦੇ ਵਿੱਚ ਪਹਿਲਾ ਪਰਸਨ ਹੈ ਜਿਹੜਾ ਤੀਸਰੇ ਤੋਂ ਕੰਮ ਕਰਵਾਏਗਾ ਉਹ। ਠੀਕ ਹੈ, ਕਿਰਿਆ ਦੀ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹਿੰਦਾ ਹੈ, ਉਸ ਕਿਰਿਆ ਨੂੰ ਦੂਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਪਿਤਾ ਜੀ, ਮੈਂ ਇੰਨੇ ਚੰਗੇ ਨੰਬਰ ਲੈ ਕੇ 9ਵੀਂ ਜਮਾਤ ਪਾਸ ਕਰ ਲਈ ਹੈ, ਹੁਣ ਮੇਰੇ ਲਈ ਦਰਜੀ ਕੋਲੋਂ ਨਵੀਂ ਵਰਦੀ ਸਿਲਵਾ ਦਿਓ। ਬੱਚਾ ਆਪਣੇ ਪਿਤਾ ਜੀ ਨੂੰ ਕਹਿ ਰਿਹਾ ਵੀ ਕਿਤੋਂ ਵਰਦੀ ਸਿਲਵਾਉਣੀ ਹੈ, ਦਰਜੀ ਤੋਂ, ਤੀਸਰੇ ਬੰਦੇ ਤੋਂ ਸਿਲਵਾਉਣੀ ਹੈ ਵਰਦੀਆਂ ਨੇ। ਠੀਕ ਹੈ, ਤੇ ਜਿਹੜੀ ਪ੍ਰੇਰਨਾਰਥਕ ਦੂਰੀ ਪ੍ਰੇਰਨਾਰਥਕ ਕਿਰਿਆ ਕਿਸੇ ਤੀਸਰੇ ਬੰਦੇ ਕੋਲੋਂ ਕੰਮ ਕਰਵਾਉਣ ਲਈ ਇਹ ਵਰਤੀ ਜਾਂਦੀ ਹੈ। ਠੀਕ ਹੈ, ਹੁਣ ਤੁਸੀਂ ਦੇਖੋ ਕਿਰਿਆ ਦੇ 3 ਰੂਪ ਨੇ। ਸਧਾਰਨ ਰੂਪ ਦੇ ਵਿੱਚ ਉਕਰਨਾ। ਠੀਕ ਹੈ, ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਰੱਖਿਓ, ਤੁਹਾਨੂੰ ਇਹ ਤੋਂ ਵੀ ਪਤਾ ਲੱਗ ਜਾਏਗਾ ਵੀ ਸਧਾਰਨ ਹੈ ਰੂਪ ਹੈ ਜਾਂ ਤਾਂ ਪ੍ਰੇਰਨਾਰਥਕ ਹੈ ਜਾਂ ਦੂਰਾ ਪ੍ਰੇਰਨਾਰਥਕ ਹੈ। ਠੀਕ ਹੈ, ਉਕਰਨਾ, ਉਕਰਾਉਣਾ, ਉਕਰਵਾਉਣਾ। ਲਿਖਣਾ, ਲਿਖਾਉਣਾ, ਲਿਖਵਾਉਣਾ। ਦੂਰੀ ਪ੍ਰੇਰਨਾਰਥਕ ਵਿੱਚ ਲਿਖਵਾਉਣਾ, ਕਿਸੇ ਥਰਡ ਪਰਸਨ ਤੋਂ ਲਿਖਵਾਉਣਾ। ਪਕੜਨਾ, ਪਕੜਾਉਣਾ, ਪਕੜਵਾਉਣਾ। ਪਿੰਜਣਾ, ਪਿੰਜਾਉਣਾ, ਪਿੰਜਵਾਉਣਾ। ਪੜ੍ਹਨਾ, ਪੜਾਉਣਾ, ਪੜਵਾਉਣਾ। ਵਿਛਣਾ, ਵਿਛਾਉਣਾ, ਵਿਛਵਾਉਣਾ। ਇਹ ਬਿਲਕੁਲ ਸੌਖੇ ਨੇ ਬੇਟਾ, ਜੇ ਤੁਸੀਂ ਧਿਆਨ ਨਾਲ ਸਮਝੋਗੇ ਨਾ ਤੁਹਾਨੂੰ ਇੱਕ ਵਾਰ ਚ ਹੀ ਸਾਰੇ ਯਾਦ ਹੋ ਜਾਣਗੇ। ਤੀਜੀ ਪ੍ਰਕਾਰ ਦੀ ਵੰਡ ਫਿਰ ਇਕੈਰੀ ਕਿਰਿਆ। ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਉਸ ਨੂੰ ਇਕੈਰੀ ਕਿਰਿਆ ਕਹਿੰਦੇ ਹਨ। ਜਿਵੇਂ ਤੂੰ ਕਿਤਾਬ ਪੜ੍ਹ, ਬਲਜੀਤ ਸੇਬ ਖਾ, ਖਾ, ਪੜ੍ਹ, ਲਿਖ। ਇਹ ਸਾਰੀਆਂ ਜਿਹੜੀਆਂ ਕਿਰਿਆਵਾਂ ਨੇ ਇਹ ਇਕੈਰੇ ਸ਼ਬਦਾਂ ਦੇ ਨਾਲ ਹੁੰਦੀਆਂ ਨੇ। ਜਿਹੜੀਆਂ ਕਿਰਿਆਵਾਂ ਉਹਨੂੰ ਆਪਾਂ ਕਹਿੰਦੇ ਆ ਇਕੈਰੀ ਕਿਰਿਆ। ਨੈਕਸਟ ਹੈਗੇ ਸੰਯੁਕਤ ਕਿਰਿਆ। ਠੀਕ ਹੈ, ਸੰਯੁਕਤ 2 ਸ਼ਬਦਾਂ ਤੋਂ। ਜਦੋਂ ਕਿਸੇ ਕਿਰਿਆ ਦਾ ਰੂਪ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣੇ ਉਸ ਨੂੰ ਸੰਯੁਕਤ ਕਿਰਿਆ ਕਹਿੰਦੇ ਹਨ। ਜਿਵੇਂ ਮੈਂ ਹਰ ਰੋਜ਼ ਖੇਡਿਆ ਕਰਾਂਗਾ। ਕਰਾਂਗਾ ਵੀ ਇਕੱਲੀ ਕਿਰਿਆ ਹੋ ਸਕਦੀ ਹੈ, ਇਹਦੇ ਵਿੱਚ ਖੇਡਿਆ ਕਰਾਂਗਾ 2 ਕੀ ਨੇ, 2 ਸ਼ਬਦਾਂ ਤੋਂ ਬਣੀਆਂ ਨੇ। 2 ਸ਼ਬਦਾਂ ਦੇ ਸੰਯੋਗ ਤੋਂ ਜਾਂ 2 ਤੋਂ ਵੱਧ ਤਾਂ ਉਹਨੂੰ ਕਿਹੜੀ ਕਹਿੰਦੇ ਆ ਅਸੀਂ ਸੰਯੁਕਤ ਕਿਰਿਆ ਕਹਿੰਦੇ ਆ। ਅੰਦਰ ਆਉਣ ਤੋਂ ਪਹਿਲਾਂ ਤੂੰ ਘੰਟੀ ਵਜਾ ਦਿਆ ਕਰ। ਇਹਦੇ ਵਿੱਚ ਵੀ 2 ਸ਼ਬਦਾਂ ਤੋਂ ਵੱਧ ਨੇ ਜਿਹੜੇ ਕੀ ਨੇ ਉਹ ਸ਼ਬਦ ਜੁੜੇ ਹੋਏ ਨੇ ਆਪਸ ਦੇ ਵਿੱਚ, ਤਾਂ ਉਹ ਕਿਹੜੇ ਨੇ ਸੰਯੁਕਤ ਕਿਰਿਆਵਾਂ ਨੇ। 2 ਤੋਂ ਵੱਧ ਸੰਯੁਕਤ ਕਿਰਿਆਵਾਂ ਨੇ ਜਿਹੜੀਆਂ ਦਿਆ ਕਰ, ਘੰਟੀ ਵਜਾ, ਵਜਾ ਦਿਆ ਕਰ। ਠੀਕ ਹੈ, ਵਜਾ ਦਿਆ ਕਰ 3 ਨੇ ਇਹ ਸੰਯੁਕਤ ਕਿਰਿਆਵਾਂ। ਤਾਂ ਇਸ ਦੇ ਵਿੱਚ ਕਿਹੜੀ ਹੈ ਇਹ ਸੰਯੁਕਤ ਕਿਰਿਆ। ਅੱਗੇ ਚੌਥੀ ਪ੍ਰਕਾਰ ਦੀ ਵੰਡ ਦੇ ਵਿੱਚ ਮੂਲ ਕਿਰਿਆ ਤੇ ਸਹਾਇਕ ਕਿਰਿਆ। ਮਾਤਾ ਜੀ ਮੰਜੇ ਉੱਤੇ ਬੈਠੇ ਹਨ। ਠੀਕ ਹੈ, ਸਭ ਤੋਂ ਪਹਿਲਾਂ ਦਿਮਾਗ 'ਚ ਰੱਖਣਾ ਤੁਸੀਂ ਨੇ ਹੈ, ਹਨ, ਸੀ, ਸਨ। ਠੀਕ ਹੈ, ਇਹ ਕਿਹੜੀਆਂ ਨੇ ਇਹ ਸਹਾਇਕ ਕਿਰਿਆ ਨੇ ਸਾਡੀਆਂ। ਜਿਹੜੀ ਪਹਿਲਾਂ ਕਿਰਿਆ ਲੱਗ ਗਈ ਉਹ ਸਾਡੀ ਹੈਗੀ ਮੂਲ ਕਿਰਿਆ। ਮਾਤਾ ਜੀ ਮੰਜੇ ਉੱਤੇ ਬੈਠੇ ਹਨ, ਬੈਠੇ ਕੀ ਹੈ ਮੂਲ ਕਿਰਿਆ। ਠੀਕ ਹੈ, ਹਨ ਕੀ ਹੈ ਸਹਾਇਕ ਕਿਰਿਆ। ਮਾਸਟਰ ਜੀ ਨੇ ਇਹ ਪਾਠ ਕੱਲ ਪੜਾਇਆ ਸੀ। ਪੜਾਇਆ ਕੀ ਹੈ ਮੂਲ ਕਿਰਿਆ, ਸੀ ਕੀ ਹੈ ਸਹਾਇਕ ਕਿਰਿਆ। ਖਾਲੀ ਘੰਟੀ ਵਿੱਚ ਵਿਦਿਆਰਥੀ ਰੌਲਾ ਪਾਉਂਦੇ ਹਨ। ਪਾਉਂਦੇ ਕੀ ਹੈ ਮੂਲ ਕਿਰਿਆ ਤੇ ਸਨ ਕੀ ਹੈ ਸਹਾਇਕ ਕਿਰਿਆ। ਠੀਕ ਹੈ ਬੇਟਾ, ਇਹ ਆਪਣੀਆਂ ਸੀਗੀਆਂ ਕਿਰਿਆਵਾਂ। ਬਿਲਕੁਲ ਸੌਖੀਆਂ ਨੇ। ਕਿਰਿਆ ਦੇ ਇਹ 4 ਪ੍ਰਕਾਰ ਦੀ ਵੰਡ ਹੁੰਦੀ ਹੈ, ਆਪਾਂ ਨੇ ਪੜ੍ਹ ਲਿਆ। ਤੁਸੀਂ
ਧਿਆਨ ਨਾਲ ਜੇਕਰ ਇਹਨੂੰ ਸੁਣੋਗੇ ਸਮਝੋਗੇ ਤਾਂ ਤੁਹਾਨੂੰ ਬਿਲਕੁਲ ਚੰਗੀ ਤਰ੍ਹਾਂ ਸਮਝ ਆ ਜਾਏਗਾ। ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਵਾਚ, ਇਹ ਵੀ ਪੇਪਰ ਦੇ ਵਿੱਚੋਂ ਇਹਦੇ ਵਿੱਚ ਪ੍ਰਸ਼ਨ ਆਉਂਦੇ ਨੇ, ਵਾਚ ਬਾਰੇ ਪੜਾਂਗੇ ਆਪਾਂ, ਠੀਕ ਹੈ।